Hello everyone, welcome to Victor's Knowledge. This is Chiru Sharma. So today we are going to start with another important lecture from our series of previous year sub-inspector question paper analysis. So ਅੱਜ ਦੇ ਇਸ part 4 ਦੇ ਅੰਦਰ ਆਪਾਂ ਜੋ 17 ਅਗਸਤ 2021 ਨੂੰ ਸਬ ਇੰਸਪੈਕਟਰ ਦਾ ਪੇਪਰ ਹੋਇਆ ਸੀ ਦੂਜੀ ਸ਼ਿਫਟ ਦਾ ਉਹਦੇ ਜਿਹੜੇ ਰਿਮੇਨਿੰਗ ਕੁਐਸਚਨ ਸੀ ਉਹ ਦੇਖਾਂਗੇ 56 ਤੋਂ ਲੈ ਕੇ 100 ਤੱਕ. So now let's get started. So starting with first question, the HCF of 20 to 100 and 1450s. ਇਹ ਆਪਾਂ ਸਿੱਧਾ ਹੀ ਜੋ ਆਪਸ਼ਨਸ ਤੋਂ ਵੀ ਦੇਖਾਂਗੇ ਤਾਂ ਵੀ ਆਪਾਂ ਨੂੰ ਕਲੀਅਰ ਹੋ ਜਾਊਗਾ. ਜੇ ਆਪਾਂ 60 ਦੇਖਦੇ ਹਾਂ ਤਾਂ 60 1450 ਤੇ ਨਹੀਂ ਡਿਵਾਈਡ ਹੁੰਦਾ, ਆਪਾਂ ਨੂੰ ਪਿੱਛੋਂ ਹੀ ਪਤਾ ਲੱਗ ਰਿਹਾ ਦੋ ਡਿਜਿਟਸ ਤੋਂ. 15 ਹੈ ਜਿਹੜਾ ਇਹ ਵੀ ਡਿਵਾਈਡ ਨਹੀਂ ਹੁੰਦਾ. 64 ਅਗੇਨ ਡਿਵਾਈਡ ਨਹੀਂ ਹੁੰਦਾ. ਹੁਣ ਉਰੇ ਜਿਹੜਾ ਇਹਨਾਂ ਦੋਨਾਂ ਦੇ ਨਾਲ ਡਿਵਾਈਡ ਹੋ ਰਿਹਾ that is 50. ਸੋ ਕਿਉਂਕਿ ਜੇ ਤੁਸੀਂ ਪਿੱਛੇ ਵਾਲੇ ਜਿਹੜੇ ਵਰਡਸ ਦੇਖੋਗੇ ਜਦੋਂ ਵੀ ਪਿੱਛੇ ਦੋ ਜ਼ੀਰੋਜ਼ ਹੁੰਦੀਆਂ ਨੇ ਜਾਂ 50 ਹੁੰਦਾ ਤਾਂ ਸਿੱਧਾ 50 ਦੇ ਨਾਲ ਡਿਵਿਜ਼ੀਬਲ ਹੁੰਦਾ. ਸੋ ਇਹ ਫੈਕਟਰਸ ਹੈ. ਸੋ ਹਾਈਐਸਟ ਕਾਮਨ ਫੈਕਟਰ ਕੀ ਹੋ ਗਿਆ 50 ਆਪਸ਼ਨ 4. ਅਗਲਾ ਕੁਐਸਚਨ, ਦੋ ਨੰਬਰਸ ਦਾ ਸਮ ਹੈ 40. ਮੰਨ ਲਓ ਇੱਕ ਨੰਬਰ ਹੈ x ਤਾਂ ਦੂਜਾ ਕਿੰਨਾ ਹੋ ਗਿਆ 40 - x ਕਿਉਂਕਿ ਦੋਨਾਂ ਦਾ ਟੋਟਲ ਕਿੰਨਾ ਹੈ 40. HCF ਤੇ LCM ਇਹ ਨੰਬਰ ਦੇ ਨੇ 8 ਤੇ 48. ਦੋ ਨੰਬਰਸ ਦਾ ਜਿਹੜਾ ਪ੍ਰੋਡਕਟ ਹੁੰਦਾ ਹੈ ਉਹ ਕਿਹਦੇ ਬਰਾਬਰ ਹੁੰਦਾ ਹੈ HCF ਤੇ LCM ਦੇ ਪ੍ਰੋਡਕਟ ਦੇ. ਸੋ ਉਰੇ ਜੇ ਆਪਾਂ ਨੇ ਇਕੁਏਸ਼ਨ ਬਣਾਉਣੀ ਹੈ ਤਾਂ ਉਹ ਬਣ ਗਈ is equal to 8 into 48. ਸਿੰਪਲ. ਆਪਾਂ ਨੇ ਲੱਭਣਾ ਹੈ ਕਿ ਇਹ ਨੰਬਰਸ ਜਿਹੜੇ ਆਉਣਗੇ ਇਹਨਾਂ ਦਾ ਰੈਸਿਪਰੋਕਲ ਕਿੰਨਾ ਹੈ ਉਹਦਾ ਸਮ. ਸੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ x ਦੀ ਵੈਲਿਊ ਪਤਾ ਹੋਣੀ ਚਾਹੀਦੀ ਹੈ. ਦੋਨੋਂ ਆਪਾਂ ਨੇ ਨੰਬਰ ਫਾਈਂਡ ਆਊਟ ਕਰਨੇ ਨੇ. ਉਰੇ ਹੁਣ ਜੇ ਆਪਾਂ ਇਹਨੂੰ ਮਲਟੀਪਲਾਈ ਕਰੀਏ ਤਾਂ ਇਕੁਏਸ਼ਨ ਆ ਜਾਊਗੀ 40x minus x ਦੀ ਸਕੁਆਇਰ is equal to 8 into 48 is 384. So minus x ਦੀ ਸਕੁਆਇਰ plus 40x minus 384. ਜੇ ਹੁਣ ਆਪਾਂ ਇਹਨੂੰ ਦੇਖੀਏ, ਇਹਨੂੰ ਫੈਕਟਰਾਈਜ਼ ਕਰੀਏ, ਸੋਲਵ ਕਰੀਏ ਤਾਂ ਇਸ ਇਕੁਏਸ਼ਨ ਦੇ ਅੰਦਰ ਇਹ ਬਣ ਜਾਊਗਾ 16x plus 24x. So 16x ਤੇ 24 40 ਦਾ ਸਮ ਹੋ ਗਿਆ minus 384. ਇਹ ਇਹਦੇ ਨਾਲ ਡਿਵੀਜ਼ੀਬਲ ਹੈ. ਸੋ ਹੁਣ ਜੇ ਆਪਾਂ ਉਹ x ਦੀ ਸਿੰਪਲੀ ਜਦੋਂ ਜਿਵੇਂ ਆਪਾਂ ਇੱਕ ਕੁਆਡਰੇਟਿਕ ਇਕੁਏਸ਼ਨ ਸੋਲਵ ਕਰਦੇ ਹੁੰਦੇ ਆ ਇਹਨੂੰ ਦੇਖੀਏ ਤਾਂ ਇਹ ਆਪਣੇ ਕੋਲ ਬਣ ਜੂਗੀ x ਬਾਹਰ ਕੱਢ ਲਿਆ ਆਪਾਂ ਨੇ x minus 16. ਦੂਜੀ ਇਕੁਏਸ਼ਨ ਆ ਗਈ x minus 16 ਕਿਉਂਕਿ 24 ਗੁਣਾ 16 ਕਿੰਨਾ ਹੁੰਦਾ ਹੈ 384. ਸੋ ਹੁਣ ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਆਪਣੇ ਕੋਲ ਦੋ ਨੰਬਰ ਆ ਜਾਣਗੇ. ਇੱਕ ਆਜੂ 16, ਦੂਜਾ ਆਜੂ 24. ਨੰਬਰ ਆ ਗਏ. ਆਪਾਂ ਨੇ ਉਹਨਾਂ ਦੇ ਰੈਸਿਪਰੋਕਲ ਦਾ ਸਮ ਫਾਈਂਡ ਆਊਟ ਕਰਨਾ ਹੈ. ਨੰਬਰਸ ਦੇ ਰੈਸਿਪਰੋਕਲ ਦਾ ਸਮ. ਸੋ A ਨੇ ਰੈਸਿਪਰੋਕਲ A ਹੋ ਗਿਆ ਇੱਕ, ਦੂਜਾ ਹੋ ਗਿਆ B. ਹੁਣ ਉਰੇ ਆਪਾਂ ਇਹਨੂੰ ਜੇ ਸੋਲਵ ਕਰਦੇ ਹਾਂ ਤਾਂ ਇਹ ਕੀ ਬਣ ਜਾਂਦਾ ਉਰੇ LCM ਲੈ ਕੇ a plus b upon a into b. So a ਦੀ ਆਪਾਂ ਵੈਲਿਊ ਪੁੱਟ ਕਰ ਲੈਣੇ. ਇੱਕ ਨੰਬਰ ਹੈ 16 plus 24 divide by 16 into 24. ਉੱਪਰ ਆ ਗਿਆ 40, ਨੀਚੇ ਆ ਗਿਆ 384. ਜਿਹਦੇ ਨੂੰ ਆਪਾਂ ਡਿਵਾਈਡ ਕਰਾਂਗੇ 4 ਦੇ ਉੱਤੇ ਤਾਂ ਇਹ ਆ ਜਾਊਗਾ 5 upon 48. ਸੋ ਪਹਿਲਾਂ ਆਪਾਂ 2 ਤੇ ਡਿਵਾਈਡ ਕਰ ਸਕਦੇ ਹਾਂ, ਫਿਰ ਐਂਡ ਤੇ ਇਹਨੂੰ ਆਪਾਂ 4 ਤੇ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਸਿੰਪਲੀ ਇਹ ਆਨਸਰ ਆ ਜਾਊਗਾ. ਸੋ ਰਾਈਟ ਆਨਸਰ ਇਜ਼ ਆਪਸ਼ਨ 1. ਸੋ ਨੈਕਸਟ ਕੁਐਸਚਨ ਹੈ 58. ਔਨ ਡਿਵਾਈਡਿੰਗ 2121 as well as 624 by a 3 digit number n ਆਪਣਾ ਰਿਮਾਈਂਡਰ ਸੇਮ ਆ ਰਿਹਾ. ਸਭ ਤੋਂ ਪਹਿਲੀ ਚੀਜ਼ ਤਾਂ ਜਦੋਂ ਰਿਮਾਈਂਡਰ ਸੇਮ ਆਉਂਦਾ ਹੁੰਦਾ ਤਾਂ ਜਿਹੜੇ ਦੋ ਨੰਬਰਸ ਨੇ ਉਹਨਾਂ ਦਾ ਜਿਹੜਾ ਡਿਫਰੈਂਸ ਹੁੰਦਾ ਆਪਸ ਦਾ ਉਹ ਐਗਜ਼ੈਕਟਲੀ ਇੱਕ ਇਹੋ ਜਿਹਾ ਨੰਬਰ ਦਿੰਦਾ ਜਿਹੜਾ ਡਿਵਾਈਡ ਹੁੰਦਾ ਹੋਊਗਾ. what is the sum of the digits of n? ਜਿਹੜਾ 3 ਡਿਜਿਟ ਆਪਾਂ ਨੇ ਨੰਬਰ ਫਾਈਂਡ ਆਊਟ ਕਰਨਾ ਹੈ ਇਹਦਾ ਸਮ ਕਿੰਨਾ ਰਹੂਗਾ. ਸੋ ਜੇ ਆਪਾਂ ਨਾਰਮਲ ਵਾਲੀ ਜਿਹੜੀ ਇੱਕ ਇਕੁਏਸ਼ਨ ਹੁੰਦੀ ਹੈ ਕੋਸ਼ੀਐਂਟ ਰਿਮਾਈਂਡਰ ਵਾਲੀ ਉਹ ਲਗਾਈਏ ਤਾਂ 624 ਬਟੇ n is equal to qn plus r. 21 ਬਟੇ n is equal to ਕੋਸ਼ੀਐਂਟ ਨੰਬਰ 2 ਆਊਗਾ ਆਪਣੇ ਕੋਲ ਉਰੇ n plus r. ਹੁਣ ਜੇ ਇਹਨਾਂ ਨੂੰ ਆਪਸ ਦੇ ਵਿੱਚ ਆਪਾਂ ਮਾਈਨਸ ਕਰ ਦਈਏ ਤਾਂ ਆਪਣੇ ਕੋਲ ਕੀ ਇਕੁਏਸ਼ਨ ਬਚੂਗੀ n ਕੀ ਆ ਜਾਊਗਾ ਕਾਮਨ q2 minus q. ਇਹ ਚੀਜ਼ ਕਿਹਦੇ ਬਰਾਬਰ ਹੈ. ਸੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟੀ ਹਾਂ
कि जदों रिमाइंडर सेम हुंदा तां जिहड़े दो नंबर हुंदे ने उन्हां दा आपस दा डिफरेंस एक ऐजा नंबर दिंदा जिहड़ा एग्जैक्टली डिवाइड करदा हुंदा किसी नंबर ते। सो 2121 माइनस 624 कितना आ जाऊगा? ये आ गया 1497। हुण जे आपां 1497 दे फैक्टर फाइंड आउट करन दी कोशिश करिए तां आपां देखांगे 3 ते मल्टीप्लाई हुंदा 499। ਇਹ ਇੱਕ ਪ੍ਰਾਈਮ ਨੰਬਰ ਹੈ। ਸੋ ਦਿਸ ਇਜ਼ ਪ੍ਰਾਈਮ ਨੰਬਰ। ਹੁਣ ਇਹਨੂੰ ਆਪਾਂ ਅੱਗੇ ਕੋਈ ਇਹਦਾ ਫੈਕਟਰਸ ਨਹੀਂ ਕੱਢ ਸਕਦੇ, ਠੀਕ ਹੈ। ਸੋ ਇਹ ਆ ਗਿਆ ਹੁਣ ਆਪਣੇ ਕੋਲ ਲਾਸਟ ਨੰਬਰ, ਤੇ ਜੇ ਹੁਣ ਆਪਾਂ ਇਹਦਾ ਸਮ ਕਰਾਂਗੇ ਤਾਂ ਇਹਦਾ ਸਮ ਕੀ ਆਊਗਾ 22। ਸੋ ਆਪਸ਼ਨ 3 ਇਸ ਕੁਐਸਚਨ ਦਾ ਰਾਈਟ ਆਨਸਰ ਹੈ। ਮੂਵਿੰਗ ਫਰਦਰ, ਅੱਗੇ ਸਿੰਪਲ ਜੀ ਇੱਕ ਸਿੰਪਲੀਫਿਕੇਸ਼ਨ ਦਾ ਕੁਐਸਚਨ ਹੈ। ਬॉड ਮਾਸ ਦਾ ਸਿੱਧਾ ਸਿੱਧਾ ਰੂਲ ਲੱਗਦਾ। ਸਭ ਤੋਂ ਪਹਿਲਾਂ ਆਪਾਂ ਨੇ ਬ੍ਰੈਕਟ ਸੋਲਵ ਕਰਨੇ ਨੇ। ਸੋ ਇਹ ਜਦੋਂ ਆਪਾਂ ਬ੍ਰੈਕਟ ਵਾਲਾ ਸੋਲਵ ਕਰਾਂਗੇ, ਆਫ ਦੀ ਜਗ੍ਹਾ ਤੇ ਆਜੂ ਮਲਟੀਪਲਾਈ, ਉਹਨੂੰ ਆਪਾਂ ਇਹਦੇ ਨਾਲ ਸੋਲਵ ਕਰਾਂਗੇ। ਉਸ ਤੋਂ ਬਾਅਦ ਡਿਵਾਈਡ, ਆਪਾਂ 1 ਬਾਈ 1 ਚੱਲਾਂਗੇ। ਸੋ ਹੁਣ ਇੱਕ ਵਾਰੀ ਆਪਾਂ ਦੇਖ ਲੈਂਦੇ ਹਾਂ 4/3 + 5/9। ਹੁਣ ਜੇ ਆਪਾਂ ਇਹਦਾ ਐਲਸੀਐਮ ਲੈਂਦੇ ਹਾਂ, ਇਹਨੂੰ ਆਪਸ ਦੇ ਵਿੱਚ ਆਪਾਂ ਸੋਲਵ ਕਰਦੇ ਹਾਂ, ਨੀਚੇ 9 ਐਲਸੀਐਮ ਲੈ ਕੇ, ਤਾਂ ਇਹਨੂੰ ਸੋਲਵ ਕਰਕੇ ਨਿਕਲ ਕੇ ਆਉਂਦਾ 17/9। ਆਫ ਦੀ ਜਗ੍ਹਾ ਤੇ ਕੀ ਆਜੂ ਮਲਟੀਪਲਾਈ 4/17। ਸੋ ਇਹ ਹੋ ਗਿਆ ਕੱਟ। ਹੁਣ ਅੱਗੇ ਦੇਖੋ ਜੇ ਆਪਾਂ ਇਹਨੂੰ ਸੋਲਵ ਕਰੀਏ 2 1/3 ਨੂੰ, ਤੇ ਇਹ ਕਿੰਨਾ ਆਊਗਾ ਸੋਲਵ ਹੋ ਕੇ 7/3। ਸੋ ਉਰੇ ਆਪਣੇ ਕੋਲ ਕੀ ਬਚਿਆ ਸੀਗਾ 4/9 ਡਿਵਾਈਡ ਬਾਈ 7/3। ਸੋ ਡਿਵਾਈਡ ਹੈ, ਜੇ ਆਪਾਂ ਨੂੰ ਮਲਟੀਪਲਾਈ ਕਰਾਂਗੇ ਉਲਟਾ ਹੋ ਜਾਊਗਾ। ਸੋ ਇਹ ਆ ਜਾਊਗਾ 3 ਉੱਪਰ 7 ਨੀਚੇ। ਸੋ ਹੁਣ ਆਪਣੇ ਕੋਲ ਕੀ ਬਚਿਆ 4/21। ਹੁਣ ਆਪਾਂ ਅੱਗੇ ਚੱਲਦੇ ਆ, ਇਹਨੂੰ ਆਪਾਂ ਮਲਟੀਪਲਾਈ ਕਰਦੇ ਆ 5/4 ਦੇ ਨਾਲ। ਹੁਣ 4 ਦੇ ਨਾਲ 4 ਕੱਟ ਹੋ ਗਿਆ, ਕੀ ਬਚਿਆ 5/21 ਮਾਈਨਸ 1/21, ਨੀਚੇ ਸੇਮ ਹੈ। ਸੋ ਆਨਸਰ ਕੀ ਆ ਗਿਆ 4/21 ਮਾਈਨਸ ਕਰਤਾ ਆਪਸ਼ਨ 1। ਮੋਹਨ ਨੇ ਇੱਕ ਇਹੋ ਤਰੀਕੇ ਨਾਲ ਰਮੇਸ਼ ਨੂੰ 6% ਸਾਲਾਨਾ ਈਅਰਲੀ ਸਧਾਰਨ ਵਿਆਜ ਸਿੰਪਲ ਇੰਟਰਸਟ ਤੇ ਰਕਮ ਉਧਾਰ ਦਿੱਤੀ ਕਿ ਵਿਆਜ ਦੀ ਦਰ ਵਿੱਚ ਹਰ ਸਾਲ ਦੇ ਅੰਤ ਵਿੱਚ 1.5% ਵਾਧਾ ਹੁੰਦਾ ਹੈ। 4 ਸਾਲ ਬਾਅਦ ਵਿਆਜ ਵਜੋਂ ਮੋਹਨ ਨੂੰ 1080 ਰੁਪਏ ਪ੍ਰਾਪਤ ਹੁੰਦੇ ਨੇ, ਤਾਂ ਉਧਾਰ ਦਿੱਤੀ ਰਾਸ਼ੀ ਕਿੰਨੀ ਹੋਗੀ? ਵੈਰੀ ਸਿੰਪਲ। ਸਭ ਤੋਂ ਪਹਿਲਾਂ ਤਾਂ 4 ਸਾਲਾਂ ਦਾ ਟੋਟਲ ਇੰਟਰਸਟ ਕਿੰਨਾ ਹੋਇਆ? ਜੇ ਹਾਫ ਪਰਸੈਂਟ ਵੱਧ ਰਿਹਾ 6%, 6.5, 7, 7.5। ਇਹਨੂੰ ਜੇ ਆਪਾਂ ਟੋਟਲ ਕਰਾਂਗੇ ਚਾਰਾਂ ਨੂੰ, ਕੀ ਆ ਗਿਆ 27%। ਸੋ ਪ੍ਰਿੰਸੀਪਲ ਤੇ 27% ਇੰਟਰਸਟ ਲਗਾ ਕੇ ਵਿਆਜ ਆ ਰਿਹਾ ਇੰਨਾ। ਸੋ ਆਪਾਂ ਨੇ P ਹੀ ਫਾइंड आउट करनी है। बहुत सिंपल है। P = 27/100, सॉरी P × 27/100 1080। सो 27 ਤੇ 1080 डिवाइड ਹੁੰਦੇ ਨੇ ਤੇ 100 ਇੱਧਰ ਚਲਾ ਜਾਊਗਾ 4000। ਆਪਸ਼ਨ 4 ਇਹਦਾ ਰਾਈਟ ਆਨਸਰ ਹੈ। 61 ਕੁਐਸਚਨ 61st, A ਅਤੇ B ਦੀਆਂ ਤਨਖਾਹਾਂ 16:7 ਦੇ ਅਨੁਪਾਤ ਵਿੱਚ ਹਨ। ਸੋ ਰੇਸ਼ੋ ਦੇ ਵਿੱਚ ਆਪਾਂ ਨੂੰ ਸੈਲਰੀ ਦਿੱਤੀ ਹੋਈ ਹੈ। ਜੇ A ਦੀ ਤਨਖਾਹ 20% ਤੱਕ ਵਧਾਈ ਜਾਵੇ ਤਾਂ ਉਹਦੀ ਕੁੱਲ ਤਨਖਾਹ 6288 ਹੋ ਜਾਂਦੀ ਹੈ। B ਦੀ ਤਨਖਾਹ ਕਿੰਨੀ ਹੈ? ਸੋ ਦਿਸ ਇਜ਼ ਵੈਰੀ ਸਿੰਪਲ। A ਰੇਸ਼ੋ B ਕਿੰਨਾ ਆ ਗਿਆ 16:7। ਜੇ 20% ਵਧਾਤੀ ਤਾਂ A ਦੀ ਤਨਖਾਹ ਕਿੰਨੀ ਹੋਗੀ 1.2 A। B ਦੀ ਕਿੰਨੀ ਹੈ B। ਜੇ ਆਪਾਂ A ਤੇ B ਮੰਨ ਲੈਂਦੇ ਆ ਤਾਂ ਪਹਿਲਾਂ ਸੀ ਇੰਨੀ, ਤਾਂ ਹੁਣ ਕਿੰਨੀ ਹੋਗੀ 1.2 20% ਵਧਾਉਣ ਤੋਂ ਬਾਅਦ। ਸੋ ਹੁਣ ਜਿਹੜੀ ਵਧਾਈ ਹੋਈ ਹੈ, ਆਪਾਂ ਨੂੰ ਹੁਣ ਇਹਨਾਂ ਨੇ ਦੱਸਿਆ ਕਿ ਵਧਾਈ ਹੋਈ ਕੁੱਲ ਤਨਖਾਹ ਹੈ 6288। ਸੋ 1.2 A ਕਿਹਦੇ ਬਰਾਬਰ ਹੋ ਗਿਆ ਇਹਦੇ। ਹੁਣ ਉਰੋਂ A ਦੀ ਵੈਲਿਊ ਆਉਂਦੀ ਹੈ ਸੋਲਵ ਕਰਕੇ 5240। ਸੋ A ਦੀ ਤਨਖਾਹ ਇੰਨੀ ਹੈ, ਰੇਸ਼ੋ ਦਿੱਤੀ ਹੋਈ ਹੈ। ਜਦੋਂ ਆਪਾਂ ਨੂੰ ਰੇਸ਼ੋ ਦਿੱਤੀ ਹੁੰਦੀ ਹੈ ਟੋਟਲ ਦੀ, ਤਾਂ ਆਪਾਂ ਦੂਜੇ ਬੰਦੇ ਦੀ ਤਨਖਾਹ ਕੱਢ ਸਕਦੇ ਹੁੰਦੇ ਆ। ਕਿਵੇਂ ਕੱਢਾਂਗੇ 5240 ਆਪਾਂ ਨੇ ਹਿੱਸਾ ਕੱਢਣਾ ਹੈ B ਦਾ ਹਿੱਸਾ। ਸੋ B ਦਾ ਕਿੰਨਾ ਹੈ 7/16। ਸੋ ਇਹ ਆ ਜਾਊਗਾ ਆਪਣੇ ਕੋਲ ਡਿਵਾਈਡ ਕਰਕੇ ਐਗਜ਼ੈਕਟਲੀ ਆਪਸ਼ਨ 1। ਜੇ ਕਈ ਵਾਰੀ ਟੋਟਲ ਸੈਲਰੀ ਪੁੱਛੀ ਹੁੰਦੀ ਹੈ ਫਿਰ ਆਪਾਂ ਇਹਨੂੰ ਉਲਟਾ ਕਰ ਦਿੰਦੇ ਹੁੰਦੇ ਆ। ਜਿੰਨੀ ਟੋਟਲ ਅਮਾਉਂਟ ਹੁੰਦੀ ਹੈ ਉਹਦੇ ਨਾਲ ਆਪਾਂ ਮਲਟੀਪਲਾਈ ਕਰ ਦਿੰਦੇ ਹੁੰਦੇ ਆ। ਇੱਕ ਜਾਣੇ ਦਾ ਸ਼ੇਅਰ ਉਹਦੇ ਨਾਲ ਆ ਜਾਂਦੀ ਹੈ ਟੋਟਲ ਸੈਲਰੀ। नेक्स्ट बहुत ही सिंपल इक्वेशन का क्वेश्चन है x² +
11x plus t is equal to 0. Find the possible value of x. So x की possible value अपन ने find out करनी है. x square plus 11x plus t is equal to 0. So ਹੁਣ ਆਪਾਂ ਨੂੰ ਉਰੇ ਦੇਖਣ ਸਾਰੀ ਪਤਾ ਚੱਲ ਰਿਹਾ ਹੈ कि 6 plus 5 11 ਬਣਦਾ ਹੈ and 6 multiply by 5 30. So ਇਹ ਆ ਜਾਊਗਾ x plus 6x plus 5x plus 30. ਸੋ ਹੁਣ ਜਿਹਨੂੰ ਆਪਾਂ x ਉਰੋਂ ਕਾਮਨ ਕੱਢ ਲਈਏ ਤਾਂ ਇੱਕ ਆ ਗਿਆ ਆਪਣੇ ਕੋਲ x plus 6, ਉਰੋਂ 5 ਕਾਮਨ ਕੱਢ ਲਈਏ ਤਾਂ ਆਪਣੇ ਕੋਲ ਆ ਗਿਆ x plus 6. ਸੋ ਦੋ ਆ ਗਿਆ ਆਪਣੇ ਕੋਲ ਵੈਲਿਊਜ਼, ਇੱਕ ਬਣ ਰਹੀ ਹੈ ਇਹ, ਦੂਜੀ ਬਣ ਰਹੀ ਹੈ x plus 5 is equal to 0. ਹੁਣ ਇਹਨੂੰ ਇੱਧਰ ਲੈ ਕੇ ਜਾਵਾਂਗੇ ਤਾਂ ਇਹਨਾਂ ਦੀ ਮਾਈਨਸ ਵੈਲਿਊ ਆ ਜਾਊਗੀ. ਸੋ ਇਹ ਨੇ ਦੋ ਆਪਣੇ ਕੋਲ x ਦੀਆਂ ਵੈਲਿਊਜ਼ ਪੋਸੀਬਲ, ਆਪਸ਼ਨ 2. ਅਗਲਾ ਕੁਐਸਚਨ ਹੈ find the approximate mean proportional between 7.5 and 98.2. ਜਦੋਂ mean proportional ਕੱਢਣਾ ਹੁੰਦਾ ਇਹਦਾ ਸਿੰਪਲ ਜਿਹਾ ਫਾਰਮੂਲਾ ਹੁੰਦਾ a ਦਾ ਰੂਟ a into b ਦਾ ਸਕੁਆਇਰ ਰੂਟ. ਸੋ ਇਹਨੂੰ ਮਲਟੀਪਲਾਈ ਕਰਕੇ ਵੈਲਿਊ ਆਉਂਦੀ ਹੈ 736.5 ਇਹਦਾ ਰੂਟ. ਸੋ ਇਹਦੀ ਵੈਲਿਊ ਆ ਰਹੀ ਹੈ 27.13 ਜਿਹਨੂੰ ਆਪਾਂ ਰਾਉਂਡ ਆਫ ਕਰਕੇ 27 ਕਹਿ ਸਕਦੇ ਹਾਂ. ਅਪਰੋਕਸੀਮੇਟ ਪੁੱਛਿਆ ਹੋਇਆ, ਸੋ ਆਪਸ਼ਨ 1 ਇਹਦਾ ਰਾਈਟ ਆਨਸਰ ਹੈ. ਕਿੰਨੇ ਪ੍ਰਤੀਸ਼ਤ ਦੀ ਸਾਲਾਨਾ ਦਰ ਤੇ ਇੱਕ ਧਨ ਰਾਸ਼ੀ 15 ਸਾਲਾਂ 'ਚ ਦੁੱਗਣੀ ਹੋਵੇਗੀ? ਸੋ ਇੱਕ ਸੀ ਡਬਲ ਹੋ ਰਹੀ ਹੈ, ਉਹ ਡਬਲ ਦਾ ਮਤਲਬ ਹੈ ਕਿ 100% ਵੱਧ ਰਹੀ ਹੈ. ਸੋ ਹੁਣ ਆਪਾਂ ਇਹ ਸਿੰਪਲ ਜਿਹਾ ਕੱਢ ਸਕਦੇ ਹਾਂ, ਟੋਟਲ 100% ਵੱਧ ਰਹੀ ਹੈ. ਆਪਾਂ ਨੇ ਕਿੰਨੇ ਪ੍ਰਤੀ ਸਾਲਾਨਾ ਕੱਢਣੀ ਹੈ, ਸੋ ਇਹਨੂੰ ਡਿਵਾਈਡ ਕਰ ਦਾਂਗੇ, ਡਿਵਾਈਡ ਕਰਕੇ 5 ਤੇ ਜਾਊਗਾ 20. ਸੋ ਇਹਨੂੰ ਜਦ ਆਪਾਂ ਫ੍ਰੈਕਸ਼ਨਸ ਕਰਾਂਗੇ ਤਾਂ ਰਾਈਟ ਆਨਸਰ ਇਹਦਾ ਬਣੂਗਾ ਆਪਸ਼ਨ 3. ਅਗਲਾ ਕੁਐਸਚਨ ਹੈ ਉਹ ਸਭ ਤੋਂ ਛੋਟੀ ਸੰਖਿਆ ਪਤਾ ਕਰੋ ਜੋ 7 ਤੱਕ ਘਟਾਉਣ ਤੇ 18, 28, 36 ਨਾਲ ਪੂਰੀ ਤਰ੍ਹਾਂ ਭਾਗ ਹੋ ਸਕੇ. ਬਹੁਤ ਹੀ ਸਿੰਪਲ ਹੈ, ਆਪਾਂ ਨੇ ਇਹਨਾਂ ਤਿੰਨਾਂ ਦਾ ਐਲਸੀਐਮ ਲੈ ਲੈਣਾ ਹੈ. ਐਲਸੀਐਮ ਲੈ ਕੇ ਫੈਕਟਰਸ ਇਹ ਬਣਨਗੇ. ਸੋ 7 into 4 into 3 ਇਹ ਮਲਟੀਪਲਾਈ ਕਰਕੇ ਬਣਦਾ 252. ਸੋ 7 ਤੱਕ ਘਟਾ ਸਕਦੇ ਹਾਂ ਆਪਾਂ. ਸੋ ਇਹ ਹੋ ਗਿਆ ਆਪਸ਼ਨ 3 259. ਇਹ ਜਦ ਆਪਾਂ 7 ਘਟਾਉਣੇ ਆ ਤਾਂ ਇਹ ਬਣਦਾ ਇਹਨਾਂ ਦਾ ਐਲਸੀਐਮ. ਸੋ ਇਹ ਹੈ ਰਾਈਟ ਆਨਸਰ. ਨੈਕਸਟ ਹੈ ਲੈਂਥ ਆਫ ਈਚ ਸਾਈਡ ਆਫ ਅ ਕਿਊਬ ਇਜ਼ 12 ਸੈਂਟੀਮੀਟਰ. ਟੋਟਲ ਸਰਫੇਸ ਏਰੀਆ ਕਿੰਨਾ ਹੋਊਗਾ? ਸੋ ਵੈਰੀ ਸਿੰਪਲ, ਕਿਊਬ ਦਾ ਟੋਟਲ ਸਰਫੇਸ ਏਰੀਆ ਦਾ ਫਾਰਮੂਲਾ ਕੀ ਹੈ 6a ਸਕੁਆਇਰ. 6 into a ਕਿੰਨੀ ਹੈ 12. ਸੋ 144 ਗੁਣਾ 6 864 ਸੈਂਟੀਮੀਟਰ ਸਕੁਆਇਰ, ਆਪਸ਼ਨ 4. ਨੈਕਸਟ ਕੁਐਸਚਨ ਦੇਖਦੇ ਹਾਂ. A cylindrical vessel 80 centimeter in diameter is partially filled with a liquid. A sphere having radius 30 centimeter is dropped into vessel. Cylindrical vessel ਆ, partially ਪੂਰਾ ਨਹੀਂ ਭਰਿਆ ਹੋਇਆ ਲਿਕੁਇਡ ਦਾ, ਹਾਫ ਭਰਿਆ ਹੋਇਆ, ਅੱਧਾ ਭਰਿਆ ਹੋਇਆ. ਇਹਦਾ ਡਾਇਆਮੀਟਰ 80 ਹੈ ਤਾਂ ਮਤਲਬ ਰੇਡੀਅਸ ਕਿੰਨਾ ਹੋ ਗਿਆ 40 ਸੈਂਟੀਮੀਟਰ. ਡਾਇਆਮੀਟਰ ਦਾ ਹਾਫ ਹੁੰਦਾ ਰੇਡੀਅਸ. ਇਹਦੇ ਵਿੱਚ ਇੱਕ ਸਫੀਅਰ ਸਿੱਟਿਆ, ਜਿਹਨੂੰ ਸਿੱਟਣ ਤੋਂ ਬਾਅਦ ਲਿਕੁਇਡ ਸੀ ਜਿਹੜਾ ਉਹਦੀ ਹਾਈਟ ਥੋੜੀ ਜਿਹੀ ਉੱਪਰ ਨੂੰ ਗਈ ਹੈ. ਸੋ ਕਿੰਨਾ ਵਾਟਰ ਡਿਸਪਲੇਸ ਹੋਇਆ, ਹਾਈਟ ਕਿੰਨੀ ਉੱਪਰ ਨੂੰ ਗਈ ਹੈ ਲਿਕੁਇਡ ਦੀ. ਸੋ ਜਿੰਨਾ ਵੋਲਿਊਮ ਹੈ ਪਾਣੀ ਡਿਸਪਲੇਸ ਦਾ ਉਹ ਬਰਾਬਰ ਹੋਊਗਾ ਜਿਸ ਵੋਲਿਊਮ ਦਾ ਆਪਾਂ ਨੇ ਸਫੀਅਰ ਵਿੱਚ ਪਾਇਆ, ਕਿਉਂਕਿ ਜਿੰਨੀ ਚੀਜ਼ ਵਿੱਚ ਪਾਤੀ ਓਨਾ ਹੀ ਇਕੁਅਲ ਵੋਲਿਊਮ ਦਾ ਪਾਣੀ ਉੱਪਰ ਨੂੰ ਜਾਊਗਾ. ਸੋ ਇਹਦੀ ਇਕੁਏਸ਼ਨ ਰਹੂਗੀ, ਜਿਹੜੇ ਫਾਰਮੂਲਾ ਨੇ ਵੋਲਿਊਮ ਆਫ ਵਾਟਰ ਡਿਸਪਲੇਅਡ that would be pi into r square into h is equal to sphere ਦਾ ਕੀ ਹੁੰਦਾ ਵੋਲਿਊਮ 4/3 pi r cube. ਸੋ ਹੁਣ ਉਰੇ ਤੁਸੀਂ ਦੇਖੋ ਪਾਈ ਦੇ ਨਾਲ ਪਾਈ ਕੈਂਸਲ ਆਊਟ ਹੋ ਗਿਆ, r ਦੀ ਜਗ੍ਹਾ ਤੇ ਆਪਾਂ ਉਰੇ ਕੀ ਲਿਖ ਲਿਆ 40. 40 ਦਾ ਸਕੁਆਇਰ ਕੀ ਹੈ 1600 into h is equal to 4/3. ਉਰੇ r ਕਿੰਨਾ ਹੈ 30. ਜੇ ਆਪਾਂ ਇਹਦਾ ਕਿਊਬ ਕਰਦੇ ਹਾਂ ਤਾਂ ਕਿਊਬ ਕਰਕੇ ਕਿੰਨਾ ਆ ਜਾਊਗਾ into 271230. ਸੋ ਇਹਨੂੰ ਆਪਾਂ ਕੱਟ ਕਰ ਦਾਂਗੇ, ਇਹ ਆ ਗਿਆ 9000. ਤੇ ਹੁਣ ਆਪਣੇ ਕੋਲ ਇਕੁਏਸ਼ਨ ਕੀ ਬਚੂਗੀ h is equal to 4 into 9000 upon 1600. ਕਿਹੜਾ 1600 ਹੈ ਜਿਹੜਾ ਆਪਾਂ ਇਧਰੋਂ ਇੱਧਰ ਲੈ ਕੇ ਗਏ ਹਾਂ. ਸੋ ਇਹਨੂੰ ਆਪਾਂ ਕੱਟ ਕਰ ਦਾਂਗੇ, ਜ਼ੀਰੋਸ ਕੈਂਸਲ ਆਊਟ ਹੋ ਗਈਆਂ. 45
2 ਦੇ ਨਾਲ 45 ਕੱਟਾਂਗੇ ਤਾਂ ਆਨਸਰ ਆ ਜਾਊਗਾ 22.5 ਸੈਂਟੀਮੀਟਰ ਆਪਸ਼ਨ 3। ਨੈਕਸਟ ਹੈ ਪਰਫੈਕਟ ਸਕੁਆਇਰ can never have its unit place। ਉਹ ਕਿਹੜੇ ਡਿਜਿਟਸ ਹੋਣਗੇ, ਉਹਨਾਂ ਦਾ ਟੋਟਲ ਕੀ ਹੋਊਗਾ। what is the sum of the digit that a perfect square can never have its unit place। ਬਹੁਤ ਹੀ ਸਿੰਪਲ ਜਿਹਾ ਨਿਊਮੈਰਿਕਸ ਦਾ ਕੁਐਸਚਨ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿਹੜੇ ਕਿਹੜੇ ਨੰਬਰ ਐਂਡ ਕਰਦੇ ਨੇ ਜਿਨ੍ਹਾਂ ਦੇ ਨਾਲ ਪਰਫੈਕਟ ਸਕੁਆਇਰ ਬਣਦਾ। ਸੋ ਪਰਫੈਕਟ ਸਕੁਆਇਰ ਬਣੂਗਾ ਜੇ ਕਿਸੇ ਵੀ ਨੰਬਰ ਦੇ ਪਿੱਛੇ 1 ਆਉਂਦਾ, 4 ਆਉਂਦਾ ਜਾਂ ਫਿਰ 5 6 9 ਜਾਂ ਫਿਰ ਜ਼ੀਰੋਜ਼ ਆਉਂਦੀਆਂ ਨੇ। ਹੁਣ ਬਚੇ ਕਿਹੜੇ ਨੇ 2 3 7 8। ਜੇ ਕਿਸੇ ਵੀ ਨੰਬਰ ਦੇ ਪਿੱਛੇ ਇਹ 4 ਡਿਜਿਟ ਆਉਂਦੇ ਨੇ ਤਾਂ ਕਦੇ ਵੀ ਪਰਫੈਕਟ ਸਕੁਆਇਰ ਨਹੀਂ ਬਣੂਗਾ। ਸੋ ਕੁਐਸਚਨ ਇਹੀ ਆ ਕਿ ਇਹ ਡਿਜਿਟਸ ਦਾ ਟੋਟਲ ਕਿੰਨਾ ਹੈ, ਸਮ ਕੀ ਹੈ। ਸੋ 8 + 7 15, 15 + 3 18, 18 + 2 20। ਸੋ ਰਾਈਟ ਆਂਸਰ ਇਜ਼ ਆਪਸ਼ਨ 1 20। ਅਗਲਾ ਕੁਐਸਚਨ ਹੈ ਦੋ ਅੰਕਾਂ ਦੀ ਇੱਕ ਸੰਖਿਆ ਦੇ ਅੰਕਾਂ ਦਾ ਜੋੜ 15 ਹੈ। ਸੰਖਿਆ ਤੇ ਉਹਦੇ ਅੰਕਾਂ ਨੂੰ ਉਲਟ ਕਰਨ ਤੇ ਪ੍ਰਾਪਤ ਸੰਖਿਆ ਦਾ ਅੰਤਰ 9 ਹੈ। ਦੋਵੇਂ ਸੰਖਿਆਵਾਂ ਵਿੱਚੋਂ ਛੋਟੀ ਸੰਖਿਆ ਪਤਾ ਕਰੋ। ਸੋ ਹੁਣ ਇਹਦੇ ਵਿੱਚ ਕੀ ਕਰਨਾ, ਆਪਾਂ ਨੇ ਇੱਕ ਇਕੁਏਸ਼ਨ ਤਿਆਰ ਕਰ ਲੈਣੀ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੇ ਵਰਡਸ ਯੂਨਿਟ ਡਿਜਿਟ ਤੇ ਹੈ, ਜਿਹੜਾ ਟੈਂਸ ਪਲੇਸ ਤੇ ਆ, ਉਹਨੂੰ ਪਹਿਲਾਂ ਇਮੇਜਿਨ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਯੂਨਿਟ ਡਿਜਿਟ ਤੇ ਮੰਨ ਲਓ x ਹੈ ਜਿਹੜਾ ਸਭ ਤੋਂ ਪਿੱਛੇ ਹੈ, ਟੈਂਸ ਡਿਜਿਟ ਤੇ ਮੰਨ ਲਓ y ਹੈ। ਅੰਕਾਂ ਦਾ ਜੋੜ ਕਿੰਨਾ ਹੈ, x + y ਕਿੰਨਾ ਹੈ 15। ਸੋ ਮਤਲਬ ਜੇ ओरिजिनल ਆਪਾਂ ਗਿਵਨ ਨੰਬਰ ਦੇਖਾਂਗੇ ਤਾਂ ਉਹ ਹੋਊਗਾ 10y + x ਤੇ ਇਹਨਾਂ ਨੂੰ ਬਦਲ ਕੇ ਜਦੋਂ ਇਹਨਾਂ ਨੂੰ ਆਪਾਂ ਇੰਟਰਚੇਂਜ ਕਰ ਲਿਆ ਤਾਂ ਆਪਣੇ ਕੋਲ ਨੰਬਰ ਆ ਗਿਆ 10x + y। ਹੁਣ ਇਕੁਏਸ਼ਨ ਕੀ ਬਣੂਗੀ, ਇਕੁਏਸ਼ਨ ਕਹਿ ਰਹੀ ਹੈ ਵੀ ਅੰਕਾਂ ਨੂੰ ਉਲਟ ਸੰਖਿਆ ਤੇ ਉਸਦੇ ਅੰਕਾਂ ਨੂੰ ਉਲਟਾ ਕਰਨ ਤੇ ਪ੍ਰਾਪਤ ਸੰਖਿਆ ਦੇ ਅੰਤਰ ਦਾ 1/3 9 ਹੈ। ਸੋ ਤੁਸੀਂ ਉਰੇ 1/3 ਮਿਸ ਨਹੀਂ ਕਰਨਾ। ਸੋ 10x - y - 10y - x ਇਹਦਾ 1/3 ਕਿੰਨਾ ਹੈ 9 ਹੈ। ਜਦੋਂ ਤੁਸੀਂ ਇਸ ਇਕੁਏਸ਼ਨ ਨੂੰ ਸੋਲਵ ਕਰੋਗੇ x ਤੇ y ਦੀ ਵੈਲਿਊ ਆ ਜਾਊਗੀ। ਸੋ ਤੁਸੀਂ x ਦੀ ਵੈਲਿਊ ਨੂੰ ਪਿੱਛੇ ਪੁੱਟ ਕਰਨਾ ਹੈ, y ਦੀ ਵੈਲਿਊ ਨੂੰ ਪਹਿਲਾਂ ਪੁੱਟ ਕਰਨਾ ਹੈ ਤੇ ਇਹਦੇ ਨਾਲ ਹੀ ਤੁਹਾਡੀ ਜਿਹੜਾ ਛੋਟਾ ਪ੍ਰਾਪਤ ਅੰਕ ਹੈ ਉਹ ਆ ਜਾਊਗਾ 69 ਆਪਸ਼ਨ 3। Moving further, next question है 70। Manish earned a profit of 49% on first laptop जो ने बेचा, दूजा लैपटॉप बेचਣ ਦੇ 49% ਦਾ ਲਾਸ ਹੋ ਗਿਆ। ਕੁਐਸਚਨ ਹੈ ਕਿ ਉਹਨੂੰ ਟੋਟਲ ਨੈਟ ਲਾਸ ਜਾਂ ਪ੍ਰੋਫਿਟ ਕਿੰਨਾ ਹੋਇਆ ਪਰਸੈਂਟੇਜ ਵਿੱਚ। ਸਭ ਤੋਂ ਪਹਿਲੀ ਚੀਜ਼ ਤਾਂ ਜਦੋਂ ਸੇਮ ਰੇਟ ਉੱਤੇ ਇੱਕ ਇਨਸਾਨ ਨੂੰ ਸੇਲ ਕਰਨ ਦੇ ਉੱਤੇ ਲਾਸ ਵੀ ਹੋ ਰਿਹਾ ਪ੍ਰੋਫਿਟ ਵੀ ਹੋ ਰਿਹਾ, ਸੋ ਉੱਥੇ ਓਵਰਆਲ ਲਾਸ ਹੀ ਹੋਊਗਾ। ਸੋ ਪਹਿਲੀ ਚੀਜ਼ ਤਾਂ ਇਹ ਕਲੀਅਰ ਹੋ ਜਾਂਦੀ ਹੈ ਕਿ ਲਾਸ ਤੇ ਉਰੇ ਸਿੰਪਲੀ ਜਿਹਾ ਇੱਕ ਫਾਰਮੂਲਾ ਹੈ ਲਾਸ ਦਾ ਸਕੁਆਇਰ ਅਪਨ 100। ਸੋ ਲਾਸ ਕਿੰਨਾ ਹੈ 49 ਅਪਨ 100। ਇਹਨੂੰ ਸੋਲਵ ਕਰੋਗੇ ਇਹਦਾ ਸਕੁਆਇਰ ਆ ਜਾਊਗਾ 2401/100। ਸੋ ਦਿਸ ਇਜ਼ ਆਪਸ਼ਨ 1। ਅਗਲਾ ਕੁਐਸਚਨ ਵੈਰੀ ਸਿੰਪਲ 12.5% ਕਿਸੇ ਨੰਬਰ ਦਾ ਮੰਨ ਲਓ ਉਹ ਨੰਬਰ ਹੈ x ਕਿਹਦੇ ਬਰਾਬਰ ਆ 64 ਦੇ। ਆਪਾਂ ਨੇ ਨੰਬਰ ਫਾਈਂਡ ਆਊਟ ਕਰਨਾ, ਇਹਨੂੰ ਆਪਾਂ ਨੇ ਸੋਲਵ ਕਰ ਲੈਣਾ। 12.5 ਪੁਆਇੰਟ ਨੂੰ ਹਟਾ ਕੇ ਨੀਚੇ 10 ਆ ਗਿਆ, ਇਸ ਪਰਸੈਂਟੇਜ ਦੀ ਜਗ੍ਹਾ ਤੇ 2 0 ਆ ਗਿਆ। x = 64। ਸੋ ਆਪਾਂ x ਦੀ ਵੈਲਿਊ ਕੱਢ ਲਾਂਗੇ, ਇਹਨੂੰ ਇੱਧਰ ਲੈ ਜਾਵਾਂਗੇ 64 × 1000 ਅਪਨ 125। 125 ਨਾਲ 8 ਤੇ ਕੱਟਿਆ ਗਿਆ 64 × 8 512 ਆਪਸ਼ਨ 4। ਅਗਲਾ ਕੁਐਸਚਨ ਹੈ ਸਿੰਪਲ ਇੰਟਰਸਟ ਔਨ ਅ ਸਮ ਆਫ ਮਨੀ 32/25 ਆਫ ਸਮ। ਜਦੋਂ ਇਸ ਤਰੀਕੇ ਦੇ ਨਾਲ ਤੁਹਾਨੂੰ ਸਿੰਪਲ ਇੰਟਰਸਟ ਦੱਸਿਆ ਹੋਵੇ ਉਹਦਾ ਮਤਲਬ ਹੁੰਦਾ ਹੈ ਕਿ ਜਿਹੜੀ ਫ੍ਰੈਕਸ਼ਨ ਦਾ ਉੱਪਰਲਾ ਪਾਰਟ ਹੈ ਦਿਸ numeric is simple interest ਤੇ ਇਹ ਹੈ ਪ੍ਰਿੰਸੀਪਲ। if the number of year is numerically equal to 1/4 of the square of rate ਤਾਂ rate percentage ਕਿੰਨਾ ਹੋਊਗਾ। ਜਿਹੜੀ ਚੀਜ਼ ਪੁੱਛੀ ਹੋਈ ਆ ਆਪਾਂ ਉਹਨੂੰ ਲੈਟ ਕਰ ਲਾਂਗੇ। ਮੰਨ ਲਓ ਰੇਟ ਹੈ ਉਰੇ r% ਤਾਂ ਟਾਈਮ ਆਪਾਂ ਨੂੰ ਕੀ ਕਿਹਾ 1/4 of square of rate, rate ਦੇ ਸਕੁਆਇਰ ਦੇ 1/4 ਦੇ ਬਰਾਬਰ ਹੈ ਟਾਈਮ। ਹੁਣ ਆਪਾਂ ਨੇ ਉਰੇ ਰੇਟ ਕੱਢਣਾ ਤਾਂ ਆਪਾਂ ਸਿੰਪਲ ਇੰਟਰਸਟ ਦਾ ਫਾਰਮੂਲਾ ਲਗਾਵਾਂਗੇ। ਸਿੰਪਲ ਇੰਟਰਸਟ = P × R × T upon 100। ਆਪਾਂ ਨੇ R ਕੱਢਣਾ ਹੈ, ਸੋ ਫਾਰਮੂਲਾ ਕੀ ਹੋ ਜਾਊਗਾ
सिंपल इंटरेस्ट into 100 upon p into t। सो ਇਹਦੇ ਵਿੱਚ ਆਪਾਂ ਵੈਲਿਊਜ਼ ਪੁੱਟ ਕਰ ਦਾਂਗੇ। ਸਿੰਪਲ ਇੰਟਰਸਟ ਕਿੰਨਾ ਆਪਣੇ ਕੋਲ 32 ਗੁਣਾ 100 ਬਟੇ 25 ਗੁਣਾ t ਕਿੰਨਾ ਹੈ t ਹੈ r square upon 4 4 ਕਿੱਥੇ ਚਲਾ ਜਾਊ ਉੱਪਰ 25 4 ਦਾ 100। ਸੋ ਇਹ ਹੁਣ ਆਪਣੇ ਕੋਲ ਕੀ ਆ ਗਿਆ r is equal to 32 into 4 into 4 upon r ਦਾ ਸਕੁਆਇਰ। ਇਸ r ਦਾ ਸਕੁਆਇਰ ਨੂੰ ਆਪਾਂ ਉਰੇ ਲੈ ਜਾਵਾਂਗੇ ਤਾਂ ਆਪਣੇ ਕੋਲ ਆ ਗਿਆ r ਦਾ ਕਿਊਬ is equal to ਇਹਨੂੰ ਮਲਟੀਪਲਾਈ ਕਰੋਗੇ 32 ਨੂੰ 16 ਨਾਲ ਤਾਂ ਉਰੇ ਆ ਜਾਊਗਾ 512 512 ਤੇ ਉਰੇ ਕਿਊਬ ਰੂਟ ਆ। ਸੋ ਇਹਨੂੰ ਆਪਾਂ ਇੱਧਰ ਲੈ ਜਾਵਾਂਗੇ ਤਾਂ 512 ਦਾ ਆਪਾਂ ਕਿਊਬ ਰੂਟ ਫਾਈਂਡ ਆਊਟ ਕਰਾਂਗੇ। r ਦੀ ਵੈਲਿਊ ਆ ਜਾਊ 8 512 8 ਦਾ ਪਰਫੈਕਟ ਕਿਊਬ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੋਣਾ ਚਾਹੀਦਾ ਆਪਸ਼ਨ 4 8%। ਸੋ ਨੈਕਸਟ ਹੈ 73rd। ਇਹਦੇ ਵਿੱਚ ਜੇ ਤੁਸੀਂ ਇਕੁਏਸ਼ਨ ਨੂੰ ਸਹੀ ਸਮਝ ਲਿਆ ਤਾਂ ਤੁਹਾਡਾ ਕੁਐਸਚਨ ਬਹੁਤ ਸਿੰਪਲੀ ਤਿਆਰ ਹੋ ਜੂ। ਸੋ 5 + 5 of 5 divided by 5 minus 3/5। ਤੁਸੀਂ ਇਸ ਇਕੁਏਸ਼ਨ ਨੂੰ ਪਹਿਲਾਂ ਤਾਂ ਲਿਖੋ 5 + 5 of 5 ਇਹਦਾ ਮਤਲਬ ਹੈ 5 multiply by 5 divide by 5 minus 13/15। ਜੇ ਤੁਸੀਂ ਇਹ ਚੀਜ਼ ਇੰਨੀ ਸੋਲਵ ਕਰ ਲਈ ਤੁਹਾਡਾ ਆਨਸਰ ਆਪਣੇ ਆਪ ਆ ਜਾਊਗਾ। ਸੋ 5 + 25/5 minus 13/5। ਸੋ ਜੇ ਤੁਸੀਂ ਇਹਦਾ LCM ਲਾਓਗੇ LCM ਤੋਂ ਪਹਿਲਾਂ ਆਪਾਂ ਇਹਨੂੰ ਕੱਟ ਕਰ ਸਕਦੇ ਹਾਂ ਹੋਰ ਸਿੰਪਲ ਕਰਨ ਦੇ ਲਈ। ਸੋ ਇਹ 5 ਤੇ ਕੱਟ ਹੋ ਗਿਆ ਇਹ ਬਚ ਗਿਆ 10 minus 13/5। ਸੋ ਉਰੇ ਹੁਣ ਆਪਾਂ ਇਹਨੂੰ LCM ਚ ਲੈ ਕੇ ਸੋਲਵ ਕਰਦੇ ਹਾਂ ਤਾਂ ਇਹ ਆ ਜਾਊਗਾ 50 minus 13 37/5। ਆਪਸ਼ਨ 4 ਇਹਦਾ ਰਾਈਟ ਆਨਸਰ ਹੈ। ਅਗਲਾ ਕੁਐਸਚਨ ਵੀ ਇਸੇ ਤਰੀਕੇ ਦਾ ਸਿਰਫ ਆਪਾਂ ਨੇ ਉਰੇ ਵੀ ਇਕੁਏਸ਼ਨ ਨੂੰ ਸਮਝਣਾ ਹੈ। 25 ਡਿਵਾਈਡ ਬਾਈ 5 ਸਭ ਤੋਂ ਪਹਿਲਾਂ ਤਾਂ ਇਹ ਗਿਆ 5 ਤੇ ਮਲਟੀਪਲਾਈ ਬਾਈ 14 ਕਿੰਨਾ ਆ ਗਿਆ 70 ਮਾਈਨਸ 22 + 9 ਪਹਿਲਾਂ ਇਹਨੂੰ ਕਰ ਲਓ ਸੋਲਵ ਕਿੰਨਾ ਰਹਿ ਗਿਆ -13। ਸੋ 70 ਚੋਂ 13 57 ਆਪਸ਼ਨ 3। नेक्स्ट क्वेश्चन है 75। A shopkeeper bought X banana for rupees Y and sold Y banana for X। सब तो पहला तो आप इन्हां दा नंबर सेम करांगे। X ओने बेचे ने Y रुपीस दे, Y ओने सॉरी खरीदे ने Y रुपीस दे, Y बनाना ओने बेचे ने X रुपीस दे। ਇਹਦਾ ਆਪਾਂ ਨੰਬਰ ਸੇਮ ਕਰਾਂਗੇ ਇਹਨੂੰ ਆਪਾਂ y ਨਾਲ ਮਲਟੀਪਲਾਈ ਕਰ ਦਾਂਗੇ ਇਹਨੂੰ ਆਪਾਂ ਮਲਟੀਪਲਾਈ ਕਰ ਦਾਂਗੇ x ਦੇ ਨਾਲ। ਸੋ ਇਹ ਆਪਣੇ ਕੋਲ ਨੰਬਰ ਸੇਮ ਹੋ ਗਏ yx ਕਿੰਨੇ ਦੇ y ਸਕੁਅਰ ਦੇ ਵਿੱਚ x ਸਕੁਅਰ ਦੇ ਵਿੱਚ। ਹੁਣ ਉਹਨਾਂ ਨੇ ਕੁਐਸਚਨ ਦੇ ਵਿੱਚ ਹੀ ਦੱਸਤਾ ਵੀ yx ਤੋਂ ਵੱਡਾ ਹੈ ਇਹਦਾ ਮਤਲਬ ਹੈ ਕਾਸਟ ਪ੍ਰਾਈਸ ਸੈਲਿੰਗ ਪ੍ਰਾਈਸ ਤੋਂ ਵੱਡੀ ਹੈ। ਸਭ ਤੋਂ ਪਹਿਲੀ ਤਾਂ ਉਹ ਗੱਲ ਇੱਕ ਕਲੀਅਰ ਹੋ ਜਾਂਦੀ ਹੈ ਵੀ ਲਾਸ ਹੋਇਆ। ਹੁਣ ਲਾਸ ਹੋਇਆ ਕਿੰਨਾ ਸੋ ਲਾਸ ਹੋਇਆ CP - SP x ਸਕੁਅਰ - x y ਸਕੁਅਰ - x ਸਕੁਅਰ upon y ਸਕੁਅਰ into 100। ਜਿਹੜਾ ਆਪਾਂ ਫਾਰਮੂਲਾ ਲਗਾਉਣੇ ਹੁੰਦੇ ਆ ਸਿੱਧਾ ਸਿੱਧਾ ਇਹ ਫਾਰਮੂਲਾ ਹੈ ਤੇ ਉਰੇ ਤੁਸੀਂ 100 ਦੀ ਬਜਾਏ ਇਹਨੂੰ ਪਰਸੈਂਟੇਜ ਲਿਖ ਸਕਦੇ ਹੋ। ਸੋ ਰਾਈਟ ਆਨਸਰ ਆਪਸ਼ਨ 1। ਅਗਲਾ ਕੁਐਸਚਨ ਹੈ ਮੈਂਸੂਰੇਸ਼ਨ ਦਾ। ਮੈਂਸੂਰੇਸ਼ਨ ਕੁਐਸਚਨ ਤੁਸੀਂ ਤਾਂ ਹੀ ਕਰ ਸਕਦੇ ਹੋ ਜੇ ਤੁਹਾਨੂੰ ਪਹਿਲਾਂ ਫਾਰਮੂਲੇ ਪੱਕੇ ਨੇ। ਇੱਕ ਸੋਲਿਡ ਸਿਲੰਡਰ ਹੈ ਜਿਹਦਾ ਟੋਟਲ ਸਰਫੇਸ ਏਰੀਆ ਹੈ 4158 ਸੈਂਟੀਮੀਟਰ ਸਕੁਆਇਰ। ਫਰਸਟਲੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਟੋਟਲ ਸਰਫੇਸ ਏਰੀਆ ਕੀ ਹੁੰਦਾ। ਇਹ ਹੁੰਦਾ ਸਿਲੰਡਰ ਦੇ ਕਰਵਡ ਸਰਫੇਸ ਏਰੀਆ ਪਲੱਸ ਉਹਦੇ ਬੇਸ ਤੇ ਏਰੀਆ ਦੇ ਬਰਾਬਰ। ਹੁਣ ਕੁਐਸਚਨ ਚ ਟੋਟਲ ਸਰਫੇਸ ਏਰੀਆ ਦੱਸਦਾ ਇੰਨਾ। ਕਰਵਡ ਸਰਫੇਸ ਏਰੀਆ ਬਾਰੇ ਕੀ ਕਿਤੇ ਗੱਲ ਹੋ ਰਹੀ ਹੈ ਬਿਲਕੁਲ ਹੋ ਰਹੀ ਹੈ। ਕਰਵਡ ਸਰਫੇਸ ਏਰੀਆ ਟੋਟਲ ਦਾ ਹੀ 1/3 ਹੈ। ਸੋ 4158 ਦਾ 1/3 ਹੈ ਕਰਵਡ ਸਰਫੇਸ ਏਰੀਆ। ਜਿਹਨੂੰ ਆਪਾਂ ਡਿਵਾਈਡ ਕਰਾਂਗੇ ਸੋਲਵ ਕਰਾਂਗੇ ਆਪਣੇ ਕੋਲ ਜਿਹੜਾ ਨੰਬਰ ਆ ਰਿਹਾ ਹੈ ਵੈਲਿਊ ਆ ਰਹੀ ਹੈ that is 1386। what is the radius of the base of this cylinder। ਸੋ ਆਪਾਂ ਨੇ ਰੇਡੀਅਸ ਕੱਢਣਾ ਹੈ ਬੇਸ ਤੇ ਏਰੀਆ ਦਾ ਫਾਰਮੂਲਾ ਕੀ ਹੁੰਦਾ ਹੈ 2πr²। ਆਪਾਂ ਨੇ ਇਹ ਵਾਲਾ r ਫਾਈਂਡ ਆਊਟ ਕਰਨਾ ਹੈ ਵੈਰੀ ਸਿੰਪਲ। ਸੋ ਇਹ ਇੱਧਰ ਜਾਊਗਾ ਮਾਈਨਸ ਹੋ ਜਾਊਗਾ 2772 is equal to 2πr²। ਇਹਦੇ ਨਾਲ ਕੱਟ ਆਊਟ ਹੋ ਗਿਆ ਕੈਨਸਲ ਹੋ ਗਿਆ ਤੇ ਇਹ ਆ ਗਿਆ ਆਪਣੇ ਕੋਲ 1886। ਉਸ ਤੋਂ ਬਾਅਦ ਹੁਣ ਆਪਣੇ ਕੋਲ ਕੀ ਬਚਿਆ
1886 इज इक्वल टू पाई की वैल्यू अपन क्वेश्चन दे विच ही है 22/7 गुणा r स्क्वायर। इनू आप इधर लेके जावांगे सॉल्व करांगे तो अपने को आंसर आ जाऊगा 21 सेंटीमीटर रेडियस ऑप्शन 2। नेक्स्ट है जे बेस रेडियस ते हाइट एक सर्कुलर राइट सर्कुलर कोन दी 5 ते 12 सेंटीमीटर है तो दी स्लांट हाइट कितनी हो। स्लांट हाइट कोड किसी भी कोन दी कड्डण लई फार्मूला हुंदा रेडियस दा स्क्वायर प्लस height the square the square root. This is the formula that you have to remember. ਇਹਦੇ ਨਾਲ ਨਿਕਲਦੀ ਆ slant height. So simply ਆਪਾਂ ਵਿੱਚ value put ਕਰਾਂਗੇ 5 ਦਾ square plus height ਦਾ square ਕਿੰਨਾ ਆ ਗਿਆ 25 plus 12 ਦਾ square 144 ਇਹਦਾ root 169 ਦਾ root 13 option 4 answer. So next है least square number ਜਿਹੜਾ exactly divisible है 4 6 12 ਤੇ 25 ਦੇ ਨਾਲ। ਸਭ ਤੋਂ ਪਹਿਲਾਂ ਆਪਾਂ LCM ਕੱਢ ਲਾਂਗੇ 4 6 12 ਤੇ 25 ਦਾ 2 ਤੇ ਗਿਆ ਫਿਰ 2 ਤੇ ਗਿਆ ਉਸ ਤੋਂ ਬਾਅਦ 3 1 then 5 ਤੇ ਜਾਊਗਾ ਸੋ 5 ਤੇ complete divisible है। ਹੁਣ ਆਪਣੇ ਕੋਲ ਫੈਕਟਰ ਆ ਗਏ 2 ਗੁਣਾ 2 ਗੁਣਾ 3 ਗੁਣਾ 5 ਗੁਣਾ 5 ਕੀ ਬਣ ਗਿਆ ਦਾ ਪੂਰੀ ਮਲਟੀਪਲੀਕੇਸ਼ਨ ਕਰਕੇ 300 300 ਪਰ ਜਦੋਂ ਆਪਾਂ ਫੈਕਟਰ ਬਣਾਉਣੇ ਆ ਤਾਂ ਆਪਾਂ ਨੂੰ ਦਿਖ ਰਿਹਾ ਕਿ 3 ਬਚਦਾ। ਸੋ ਐਗਜ਼ੈਕਟਲੀ ਡਿਵੀਜ਼ੀਬਲ ਕਰਵਾਉਣ ਦੇ ਲਈ ਆਪਾਂ ਇਹਨੂੰ ਜੇ ਜਰਾ ਮਲਟੀਪਲਾਈ ਕਰਾਂਗੇ ਤਾਂ ਜਿਹੜਾ ਨੰਬਰ ਆਊਗਾ ਉਹ ਹੋਊਗਾ ਲੀਸਟ ਸਕੁਆਇਰ ਨੰਬਰ which is exactly divisible by this. So right answer is option 4. Next is 79 question ਠਹਿਰਾਵਾਂ ਨੂੰ ਛੱਡਦਿਆਂ ਇੱਕ ਬੱਸ ਦੀ ਚਾਲ 70 ਕਿਲੋਮੀਟਰ ਹੈ ਵਿਦਆਊਟ ਸਟਾਪ ਬਿਨਾਂ ਕਿਸੇ ਸਟਾਪ ਤੇ ਰੁਕ ਕੇ ਬੱਸ ਦੀ ਸਪੀਡ ਹੈ 70 ਕਿਲੋਮੀਟਰ ਪ੍ਰਤੀ ਘੰਟਾ। ਜੇ ਬੱਸ ਵਿੱਚ ਰੁਕਦੀ ਆ ਰਹੀ ਹੈ ਸਟਾਪ ਦੇ ਉੱਤੇ ਬੱਸ ਸਟਾਪ ਉੱਤੇ ਤਾਂ ਫਿਰ ਉਹਦੀ ਸਪੀਡ ਘਟ ਜਾਂਦੀ ਹੈ 56 ਕਿਲੋਮੀਟਰ ਪ੍ਰਤੀ ਘੰਟਾ। ਬੱਸ ਪ੍ਰਤੀ ਘੰਟੇ ਕਿੰਨੇ ਮਿੰਟ ਠਹਿਰਦੀ ਹੈ। ਸੋ ਡਿਫਰੈਂਸ ਆਪਾਂ ਨੇ ਦੱਸਣਾ ਵਿਦ ਸਟਾਪ ਤੇ ਵਿਦਆਊਟ ਦਾ ਉਹ ਹੋਊਗਾ ਆਪਣਾ ਆਨਸਰ। ਸਭ ਤੋਂ ਪਹਿਲਾਂ ਤਾਂ ਸਪੀਡ ਦੀ ਉਰੇ ਰੇਸ਼ੋ ਕੀ ਹੈ 70/56 ਟਾਈਮ ਦੀ ਰੇਸ਼ੋ ਸਪੀਡ ਤੋਂ ਆਪੋਜ਼ਿਟ ਹੁੰਦੀ ਹੈ ਉਲਟੀ ਹੁੰਦੀ ਹੈ। ਸੋ ਟਾਈਮ ਦੀ ਰੇਸ਼ੋ ਕਿੰਨੀ ਆ ਗਈ 56/7 70 ਇਹਨੂੰ ਆਪਾਂ ਕੱਟ ਲਾਂਗੇ 7 ਦੇ ਟੇਬਲ ਤੇ 8/10। ਹੁਣ ਆਪਾਂ ਨੇ ਆਨਸਰ ਲੱਭਣਾ ਹੈ ਮਿੰਟ ਵਿੱਚ। ਸੋ ਉਰੇ ਹੁਣ ਆਪਾਂ ਇਹਨੂੰ 6 ਨਾਲ ਮਲਟੀਪਲਾਈ ਕਰ ਦਾਂਗੇ 60 ਮਿੰਟ ਆ ਗਏ ਉਰੇ ਆ ਗਿਆ 48 ਮਿੰਟ। 1 ਘੰਟਾ ਇਹ ਜਿਹੜੀ ਰੇਸ਼ੋ ਹੈ ਇਹ ਉਰੇ ਆਪਣੇ ਕੋਲ ਜਿਹੜੀ ਸਪੀਡ ਹੈ ਇਹ ਟਾਈਮ ਪੀਰੀਅਡ ਹੈ 1 ਘੰਟਾ। ਇਹ ਹੈ ਜੇ ਬੱਸ 56 ਕਿਲੋਮੀਟਰ ਦੀ ਸਪੀਡ ਨਾਲ ਆ ਰਹੀ ਸੀ 56 ਜੇ ਬੱਸ 70 ਕਿਲੋਮੀਟਰ ਨਾਲ ਆ ਰਹੀ ਸੀ ਤਾਂ ਫਿਰ ਉਹਨੂੰ ਟਾਈਮ ਲੱਗ ਰਿਹਾ ਸੀ 48। डिफरेंस कितना आ गया वेरी सिंपल 12 मिनट का ऑप्शन 4 इज द राइट आंसर। अगला क्वेश्चन बहुत ही सिंपल है ए एक काम करदा 4 दिन सो ए दी एफिशिएंसी की होगी एक दिन दी 1/4 बी सेम काम करदा 8 दिनां च सो बी दी कितनी होगी 1/8 जे नाल टी मदद करदा ए ते बी दे नाल टी मदद करदा मतलब ए प्लस बी प्लस टी ਤਾਂ ਉਹ ਸੇਮ ਕੰਮ 2 ਦਿਨਾਂ 'ਚ ਖਤਮ ਕਰਦੇ ਨੇ। ਸੋ ਹੁਣ ਇਹਨਾਂ ਦੀ ਐਫੀਸ਼ੀਐਂਸੀ ਆਪਾਂ ਕੱਢ ਲੈਂਦੇ ਆ। ਕੁਐਸਚਨ ਵਿੱਚ ਪੁੱਛਿਆ ਹੋਇਆ ਹੈ ਕੱਲਾ ਟੀ ਕਿੰਨੇ ਦਿਨਾਂ ਦੇ ਵਿੱਚ ਸੇਮ ਕੰਮ ਕਰੂਗਾ। A ਤੇ B ਦਾ ਅਲੱਗ-ਅਲੱਗ ਆਪਣੇ ਕੋਲ ਮੈਂਸ਼ਨ ਹੈ ਉਹਦੀ ਆਪਾਂ ਵੈਲਿਊ ਪੁੱਟ ਕਰ ਦਾਂਗੇ। T ਦੇ ਆਪਾਂ ਨੇ ਕੱਢਣੀ ਹੈ ਸੋ ਉਰੇ ਆਪਾਂ ਸਿੰਪਲੀ ਇਹਨਾਂ ਦੋਨੋਂ ਨੂੰ ਇੱਧਰ ਲੈ ਜਾਾਂਗੇ ਮਾਈਨਸ ਕਰ ਦਾਂਗੇ ਐਲਸੀਐਮ ਕੱਢਾਂਗੇ ਤੇ ਆਪਣਾ ਆਨਸਰ ਆ ਜਾਊਗਾ 8 ਦਿਨ ਆਪਸ਼ਨ 2। नेक्स्ट इज कालवाचक क्रिया विशेषण ਦੇ ਲੱਛਣ ਦੱਸੋ। ਸੋ ਇਹ ਆਪਾਂ ਨੂੰ ਕਿਵੇਂ ਪਤਾ ਚੱਲੂਗਾ ਕਿ ਕਿਸੇ ਵਾਕ ਵਿੱਚ ਕਾਲਵਾਚਕ ਕਿਰਿਆ ਵਿਸ਼ੇਸ਼ਣ ਦੀ ਵਰਤੋਂ ਕੀਤੀ ਗਈ ਹੈ ਜੇ ਉਸ ਵਾਕ ਵਿੱਚ ਕਿਰਿਆ ਦੇ ਹੋਣ ਵਾਲੇ ਸਮੇਂ ਦੇ ਨਾਲ ਸੰਬੰਧਿਤ ਕੋਈ ਗੱਲ ਹੋ ਰਹੀ ਹੈ ਉੱਥੋਂ ਆਪਾਂ ਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਦਾ ਪਤਾ ਲੱਗੂਗਾ। ਸੋ ਰਾਈਟ ਆਨਸਰ ਕੀ ਹੋ ਗਿਆ ਆਪਸ਼ਨ 3। ਖਾਕ ਡੈਸ਼ ਮੁਹਾਵਰਾ ਪੂਰਾ ਕਰੋ। ਇਹ ਮੁਹਾਵਰਾ ਪੂਰਾ ਕਰੋ ਸੋ ਖਾਕ ਛਾਨਣੀ ਸਹੀ ਮੁਹਾਵਰਾ ਹੈ ਆਪਸ਼ਨ 2। ਦਾਣੇ ਦਾਣੇ ਤੇ ਡੈਸ਼ ਹੁੰਦੀ ਹੈ इस अखाण ਨੂੰ ਪੂਰਾ ਕਰਨਾ ਹੈ ਸੋ ਇਹਦਾ ਰਾਈਟ ਆਨਸਰ ਹੈ ਮੋਰ ਆਪਸ਼ਨ 2। ਹੇਠ ਲਿਖਿਆਂ ਵਿੱਚੋਂ ਸ਼ੁੱਧ ਵਾਕ ਚੁਣੋ। ਸ਼ੁੱਧ ਵਾਕ ਹੈ ਆਪਸ਼ਨ 1 ਕੰਮ ਹੀ ਪੂਜਾ ਹੈ। ਹੇਠ ਲਿਖਿਆਂ ਵਿੱਚੋਂ ਕਿਰਿਆ ਵਿਸ਼ੇਸ਼ਣ ਚੁਣੋ। ਕਿਰਿਆ ਵਿਸ਼ੇਸ਼ਣ ਰੋਜ਼ਾਨਾ ਆਪਸ਼ਨ 2। ਹੇਠ ਲਿਖਿਆਂ ਵਿੱਚੋਂ ਸ਼ੁੱਧ ਸ਼ਬਦ ਚੁਣੋ।
शुद्ध उरे शब्द है तौड़ा ऑप्शन 4। शेमलैस शब्द ਦਾ सही पंजाबी अनुवाद शेमलैस ਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਬੇਸ਼ਰਮ ऑप्शन 1। ਕਾਰਜ ਦੇ ਆਧਾਰ ਤੇ ਵਾਕ ਦੀਆਂ ਕਿਸਮਾਂ ਦੱਸੋ। ਸੋ ਕਾਰਜ ਦੇ ਆਧਾਰ ਤੇ ਵਾਕ ਦੀਆਂ ਕੁੱਲ 6 ਕਿਸਮਾਂ ਹੁੰਦੀਆਂ ਨੇ ऑप्शन 2। ਸੋ ਇਹ 6 ਕਿਸਮਾਂ ਕਿਹੜੀਆਂ ਨੇ ਮੈਂ ਤੁਹਾਨੂੰ ਦੱਸ ਦਿੰਨੀ ਆ। ਕਾਰਜ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੇ ਵਾਕਾਂ ਦੀਆਂ 6 ਕਿਸਮਾਂ ਹੁੰਦੀਆਂ ਨੇ। ਨੰਬਰ 1 ਹਾਂ ਵਾਚਕ, नंबर 2 नावाचक, नंबर 3 प्रश्न, नंबर 4 विस्मय, नंबर 5 आज्ञा या इहनूं हुक्मवाचक भी कह दिंदे आ। नंबर 6 हुंदी है इच्छावाचक। सो कारज दे आधार ते ਇਹ 6 किस्मां ने ते ਬਣਤਰ ਦੇ ਆਧਾਰ ਤੇ ਜੇ ਗੱਲ ਕਰੀਏ ਤਾਂ ਵਾਕ ਦੀਆਂ 3 ਕਿਸਮਾਂ ਨੇ। ਇਹ ਵੀ ਬਹੁਤ ਵਾਰੀ ਪੇਪਰ ਚ ਆਉਂਦਾ। ਨੰਬਰ 1 ਹੈ ਸਿੰਪਲ, ਸਿੰਪਲ ਸੈਂਟੈਂਸ ਜਿਹਨੂੰ ਆਪਾਂ ਸਧਾਰਨ ਕਹਿੰਦੇ ਆ। ਦੈਨ ਸੰਯੁਕਤ ਤੇ ਇੱਕ ਹੁੰਦਾ ਹੈ ਮਿਕਸ ਸੈਂਟੈਂਸ, ਮਿਸ਼ਰਤ। ਸੋ ਇਹ ਤੁਸੀਂ ਯਾਦ ਰੱਖਣਾ ਕਿ 6 ਕਾਰਜ ਦੇ ਆਧਾਰ ਤੇ 3 ਬਣਤਰ ਦੇ ਆਧਾਰ ਤੇ। ਨੈਕਸਟ ਆਪਾਂ ਨੇ ਇੰਗਲਿਸ਼ ਦੇ ਵਿੱਚ ਸੈਂਟੈਂਸਾਂ ਦਾ ਪੰਜਾਬੀ ਅਨੁਵਾਦ ਕਰਨਾ, ਟ੍ਰਾਂਸਲੇਸ਼ਨ ਕਰਨੀ ਹੈ। Corruption has become a political challenge. ਭ੍ਰਿਸ਼ਟਾਚਾਰ ਰਾਜਸੀ ਵੰਗਾਰ ਬਣ ਗਿਆ ਹੈ। Option 2 is the right answer. ਨਿਧੀ ਫਾਊਂਡੇਸ਼ਨ runs a number of welfare project. ਨਿਧੀ ਫਾਊਂਡੇਸ਼ਨ ਭਲਾਈ ਦੀਆਂ ਕਈ ਸਕੀਮਾਂ ਚਲਾਉਂਦੀ ਹੈ। Option 1. ਰਾਣੀ traveled from Delhi to Ludhiana in the guise of Vairagan. ਵਾਕ ਦਾ ਸਹੀ ਅਨੁਵਾਦ ਕਰੋ। ਰਾਣੀ ਨੇ ਬੈਰਾਗਨ ਦੇ ਭੇਸ ਵਿੱਚ ਦਿੱਲੀ ਤੋਂ ਲੁਧਿਆਣੇ ਦਾ ਸਫ਼ਰ ਕੀਤਾ। ਸੋ ਗਾਈਸ ਦਾ ਮਤਲਬ ਹੁੰਦਾ ਹੈ ਭੇਸ। Option 1. ਅਗਲਾ ਹੈ ਸਟਾਕ ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਕੀ ਹੈ। ਸਟਾਕ ਦਾ ਪੰਜਾਬੀ ਅਨੁਵਾਦ ਹੈ ਜ਼ਖੀਰਾ। Option 4. ਤੁਸੀਂ ਉਰੇ ਦਲਾਲ ਵਿੱਚ ਕਨਫਿਊਜ਼ ਨਹੀਂ ਹੋਣਾ। ਦਲਾਲ ਹੁੰਦਾ ਹੈ ਬ੍ਰੋਕਰ। ਸਟਾਕ ਇਜ਼ ਜ਼ਖੀਰਾ। ਆਉਂਦੇ ਸ਼ਬਦ ਦਾ ਵਿਰੋਧੀ ਚੁਣੋ। ਵਿਰੋਧੀ ਕੀ ਹੈ? ਜਾਂਦੇ। Option 1. ਹੇਠ ਲਿਖਿਆਂ ਵਿੱਚੋਂ ਸ਼ੁੱਧ ਵਾਕ ਚੁਣੋ। ਸ਼ੁੱਧ ਵਾਕ ਹੈ ਮਿਹਨਤ ਕਰੋਗੇ ਤਾਂ ਸਫਲ ਹੋਵੋਗੇ। Option 2. ਨਿਰਮਲ ਸ਼ਬਦ ਦਾ ਵਿਰੋਧੀ ਕੀ ਹੁੰਦਾ? ਨਿਰਮਲ ਹੁੰਦਾ ਸਾਫ ਸੁਥਰਾ, ਇਹਦਾ ਵਿਰੋਧੀ ਹੋ ਗਿਆ ਗੰਦਾ। Option 2. ਨੈਕਸਟ ਇਜ਼ ਪੈਸੇਜ। 5 ਕੁਐਸਚਨ ਅਗਲੇ 96 ਤੋਂ ਲੈ ਕੇ 100 ਤੱਕ ਇਸੇ ਪੈਰੇ ਦੇ ਆਧਾਰ ਤੇ ਆਪਾਂ ਨੇ ਸੋਲਵ ਕਰਨੇ ਨੇ। ਸਭ ਤੋਂ ਪਹਿਲਾਂ ਆਪਾਂ ਪੈਸੇਜ ਪੜ੍ਹ ਲੈਂਦੇ ਆ। ਮੇਰੀ ਧਰਤੀ ਰਾਖ ਅੰਬਰ ਤੋਂ ਆਖਿਆ ਗਿਆ, ਵਰਦੀ ਬੰਦੂਕ ਤੇ ਆਤੰਕ ਇੱਕੋ ਨਾ। ਦੱਸੋ ਭਲਾ ਕੋਈ ਵਿਰੋਧ ਇੱਕ ਦਿਨ ਚ ਕਿਵੇਂ ਉੱਠ ਸਕਦਾ ਹੈ? ਜਦੋਂ ਸਪੋਲੀਅਰ ਦੀ ਵਿਸ ਦਾ ਅੰਦਾਜ਼ਾ ਹੋ ਗਿਆ ਸੀ, ਫਿਰ ਉਹਨੂੰ ਫਨੀਅਰ ਬਣਨ ਹੀ ਕਿਉਂ ਦਿੱਤਾ ਗਿਆ? ਮੈਂ ਅਜਿਹੀ 84 ਦੀ ਚਰਖੜੀ ਚੜਾਈ ਕਿ ਮੇਰੇ ਹੋਸ਼ ਹਵਾਸ ਬੌਂਦਰ ਗਏ, ਅੰਗ ਅੰਗ ਲਹੂ ਲੁਹਾਨ। ਮੈਂ ਅਜਿਹੀ ਅੱਗ ਝੁਲਸਣ ਨੂੰ ਬੇਬਸ, ਜੋ ਲਾਉਣ ਵਾਲੇ ਆਪਣੇ ਤੇ ਲਪਟਾਂ ਚ ਬਲਣ ਵਾਲੇ ਵੀ ਮੇਰੇ ਆਪਣੇ ਧੀਆਂ ਪੁੱਤ। ਇਸ ਅੰਦਰੂਨੀ ਮਾਰ ਨੇ ਮੈਨੂੰ ਅਜਿਹਾ ਨਿਢਾਲ ਕੀਤਾ ਕਿ ਦੁਬਾਰਾ ਉੱਠ ਖੜਨ ਦੀ ਸਤਿਆ ਹੀ ਜਾਂਦੀ ਰਹੀ। ਹੱਸਦੇ ਖੇਡਦੇ ਨਗਰ ਖੇਡੇ ਉਜਾੜ, ਬਿਆਬਾਨ ਬਣ ਡਰਾਉਣ, ਚਾਰ ਚੁਫੇਰੇ ਆਤੰਕ ਹੀ ਆਤੰਕ। ਦਰਾਂ ਦੇ ਅੰਦਰ ਬਾਹਰ ਖੌਫ ਦਾ ਪੈਰਾ, ਘਰ ਘਰ ਮੱਚਦੇ ਸਿਵੇ, ਜਿੱਧਰ ਵੇਖੋ ਸ਼ਮਸ਼ਾਨ ਹੀ ਸ਼ਮਸ਼ਾਨ। ਮੈਂ ਹੱਥੀ ਘਰਾਂ ਨੂੰ ਜਿੰਦਰੇ ਮਾਰ ਜਾਨ ਦੀ ਰਾਖੀ ਲਈ ਦੂਰ ਦਰਾਜ ਥੌ ਟਿਕਾਣਾ ਭਾਲਣ ਨੂੰ ਮਜਬੂਰ ਹੋਈ। ਇੱਧਰ ਉੱਧਰ ਹੱਥ ਪਲਾਂ ਮਾਰਨ ਲੱਗੀ। ਮੇਰੇ ਖੇਤਾਂ ਦਾ ਮੂੰਹ ਜਹਾਜ਼ਾਂ ਸਵਾਰ ਹੋ ਬਾਹਰ ਨੂੰ ਖੁੱਲਣ ਲੱਗਿਆ। ਆਖਿਰ ਮੌਤ ਤੋਂ ਬਚਣ ਲਈ ਜ਼ਿੰਦਗੀ ਨੇ ਠਾਰ ਤਾਂ ਭਾਲਣੀ ਹੀ ਸੀ। ਸੋ ਇੱਕ ਪੈਰਾਗ੍ਰਾਫ ਹੈ। ਇਹ ਕਿਸੇ ਇਨਸੀਡੈਂਟ ਨੂੰ ਦਰਸਾਇਆ ਜਾ ਰਿਹਾ ਹੈ। ਉਪਰੋਕਤ ਪੈਰੇ ਦਾ ਟੁਕਵਾਂ ਸਿਰਲੇਖ ਕੀ ਹੈ? ਸੋ ਟੁਕਵਾਂ ਸਿਰਲੇਖ ਆਪਾਂ ਨੂੰ ਪੜ੍ਹਨ ਸਾਰ ਹੀ ਪਤਾ ਚੱਲ ਰਿਹਾ ਹੈ। ਇਹ ਹੈ 1984 ਦਾ ਪੰਜਾਬ ਦੁਖਾਂਤ। Option 1. ਖੇਤਾਂ ਦਾ ਮੂੰਹ ਜਹਾਜ਼ ਵਿੱਚ ਸਵਾਰ ਹੋਣ ਦਾ ਕੀ ਮਤਲਬ ਹੈ? ਲੋਕ ਵਿਦੇਸ਼ਾਂ ਨੂੰ ਜਾਣ ਲੱਗ ਗਏ ਆਪਣੇ ਖੇਤ ਘਰ-ਬਾਰ ਛੱਡ ਕੇ। Option 2. ਇਸ ਪੈਰੇ ਵਿੱਚ ਕੌਣ ਬੋਲ ਰਿਹਾ ਹੈ? ਇਸ ਪੈਰੇ ਵਿੱਚ ਪੰਜਾਬ ਬੋਲ ਰਿਹਾ ਹੈ। Option 4. ਨੈਕਸਟ ਹੈ ਲਾਉਣ ਵਾਲੇ ਆਪਣੇ ਤੇ ਲਪਟਾਂ ਵਿੱਚ ਬਲਣ ਵਾਲੇ ਵੀ ਮੇਰੇ ਆਪਣੇ ਤੋਂ ਕੀ ਭਾਵ ਹੈ? ਇਹਦਾ ਮਤਲਬ ਹੈ ਮਰਨ ਵਾਲੇ ਤੇ ਮਾਰਨ ਵਾਲੇ ਸਾਰੇ ਹੀ ਪੰਜਾਬ ਨਾਲ ਰਿਲੇਟਡ ਸੀ, ਆਪਣੇ ਸੀ।
ਜਿਨ੍ਹਾਂ ਨੂੰ ਕਿਸੇ ਸਮੇਂ ਆਪਣਾ ਸਮਝਿਆ ਜਾਂਦਾ ਸੀ। ਹਿੰਦੂ, ਸਿੱਖ, ਮੁਸਲਮਾਨ ਸਾਰੇ ਬਹੁਤ ਹੀ ਪਿਆਰ ਨਾਲ ਰਹਿੰਦੇ ਸੀ। ਫਿਰ ਕੁਝ ਅਜਿਹਾ ਹੋਇਆ ਕਿ ਆਪਣੇ ਹੀ ਆਪਣਿਆਂ ਨੂੰ ਮਾਰ ਰਹੇ ਸੀ। ਇੰਨਾ ਦਰਦਨਾਕ ਦੁਖਾਂਤ ਹਾਦਸਾ ਹੋਇਆ 1984 ਦਾ। ਸੋ ਇਹ ਉਸੇ ਚੀਜ਼ ਨੂੰ ਦਰਸਾਇਆ ਜਾ ਰਿਹਾ। ਆਪਸ਼ਨ 3 ਲਾਸਟ ਕੁਐਸਚਨ ਹੈ 1984 ਦੀਆਂ ਘਟਨਾਵਾਂ ਦਾ ਪੰਜਾਬ ਤੇ ਕੀ ਪ੍ਰਭਾਵ ਪਿਆ ਹੈ। ਮੁੜ ਉੱਠਣ ਦੀ ਸੱਤਿਆ ਤੋਂ ਵਾਂਝਾ ਹੋ ਗਿਆ ਪੰਜਾਬ, ਆਪਸ਼ਨ 1। ਸੋ ਇਹ ਸਾਰੇ ਆਪਾਂ ਨੂੰ ਪੈਰਾਗ੍ਰਾਫ ਹਿੰਟ ਕਰ ਰਿਹਾ ਕੁਐਸਚਨ ਦੇ ਆਨਸਰ। ਸੋ ਇਹ ਸੀ ਅੱਜ ਦਾ ਆਪਣਾ ਪਾਰਟ 4। ਥੈਂਕ ਯੂ ਐਂਡ ਗੁੱਡ ਲੱਕ।